ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। यूक्रेन ਤੇ रूस ਦੀ जंग ਦਾ 12ਵਾਂ ਦਿਨ ਹੈ ਤੇ जंग ਦਿਨੋਂ ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਇਸ जंग ਦੇ ਵਿੱਚ ਕੁਝ ਦਿਨ ਪਹਿਲਾਂ ਭਾਰਤ ਦਾ ਇੱਕ ਨੌਜਵਾਨ ਹਰਜੋਤ ਸਿੰਘ ਜ਼ਖਮੀ ਹੋਇਆ ਸੀ, ਜਿਸ ਨੂੰ ਗੋਲੀਆਂ ਲੱਗੀਆਂ ਸੀ। 3 ਗੋਲੀਆਂ ਹਰਜੋਤ ਸਿੰਘ ਨੂੰ ਲੱਗੀਆਂ ਸੀ ਤੇ ਅੱਜ ਉਸੇ ਨੌਜਵਾਨ ਦੀ ਹਰਜੋਤ ਸਿੰਘ ਦੀ ਵਤਨ ਵਾਪਸੀ ਹੋ ਰਹੀ ਹੈ। ਭਾਰਤ ਵਾਪਸ ਲਿਆਂਦਾ ਜਾਵੇਗਾ ਹਰਜੋਤ ਸਿੰਘ ਨੂੰ। ਦੱਸ ਦਈਏ ਕਿ ਐਂਬੂਲੈਂਸ ਦੇ ਜ਼ਰੀਏ ਹਰਜੋਤ ਸਿੰਘ ਪੋਲੈਂਡ ਬਾਰਡਰ ਵੀ ਪਾਰ ਕਰ ਚੁੱਕਾ ਹੈ ਤੇ ਅੱਜ C-17 ਜਹਾਜ਼ ਦੇ ਗਲੋਬ ਮਾਸਟਰ ਦੇ ਜ਼ਰੀਏ ਜਿੱਥੇ 200 ਭਾਰਤੀ ਵਾਪਸ ਲਿਆਂਦੇ ਜਾਣਗੇ, ਉਹਨਾਂ ਦੇ ਵਿੱਚੋਂ ਇੱਕ ਹਰਜੋਤ ਸਿੰਘ ਵੀ ਹੈ ਜਿਸ ਨੂੰ ਅੱਜ ਵਤਨ ਵਾਪਸ ਲਿਆਂਦਾ ਜਾਵੇਗਾ। ਦੱਸ ਦਈਏ ਕਿ ਹਰਜੋਤ ਸਿੰਘ ਕੀਵ ਦੇ ਕੋਲੋਂ ਲੰਘ ਰਿਹਾ ਸੀ, ਆਪਣੀ ਗੱਡੀ ਦੇ ਵਿੱਚ ਲੰਘ ਰਿਹਾ ਸੀ ਤਾਂ ਉਸ ਤੇ ਅਚਾਨਕ ਹਮਲਾ ਹੁੰਦਾ। 3 ਗੋਲੀਆਂ ਲੱਗਦੀਆਂ ਨੇ ਹਰਜੋਤ ਸਿੰਘ ਨੂੰ, ਜਿਸ ਦੇ ਵਿੱਚ ਬੁਰੀ ਤਰ੍ਹਾਂ ਹਰਜੋਤ ਸਿੰਘ ਜ਼ਖਮੀ ਹੋ ਜਾਂਦਾ ਹੈ। ਰਿਟਾਇਰ ਜਨਰਲ वीके सिंह ने भी जनरल वीके सिंह ने भी रिटायर्ड ब्रिगेडियर जनरल वीके सिंह ने भी इसकी जानकारी दी सी। जो पोलैंड बॉर्डर ते पहुंचे सन वीके सिंह तो उन्होंने जानकारी दी सी कि भारत का एक लड़का, भारत का एक नौजवान जख्मी है जिसनों हमले दौरान गोलियां लगियां ने ते कीव दे हस्पताल दे विच भर्ती है। जिस तो बाद ये खबर सामने आई सी तां जो इलाज है हरजोत सिंह दा कीव दे हस्पताल दे विच हो रहा सी। ये खबर भी फिर फैल गई सी, सारे पासे मीडिया ਦੇ ਸਾਹਮਣੇ ਖਬਰ ਆਈ ਸੀ ਤਾਂ ਹੁਣ ਇਲਾਜ ਤੋਂ ਬਾਅਦ ਅੱਜ ਹਰਜੋਤ ਸਿੰਘ ਜੋ ਹੈ ਭਾਰਤ ਵਾਪਸ ਆਵੇਗਾ। ਐਂਬੂਲੈਂਸ ਦੇ ਜ਼ਰੀਏ ਉਸ ਨੂੰ ਪੋਲੈਂਡ ਬਾਰਡਰ ਪਾਰ ਕਰਵਾ ਦਿੱਤਾ ਗਿਆ ਤੇ ਅੱਜ ਹਰਜੋਤ ਸਿੰਘ ਨੂੰ ਸਪੈਸ਼ਲ ਫਲਾਈਟ ਦੇ ਜ਼ਰੀਏ ਭਾਰਤ ਲਿਆਂਦਾ ਜਾਵੇਗਾ। ਦੱਸ ਦਈਏ ਕਿ ਇਸ ਹਫੜਾ ਤਫੜੀ ਦੌਰਾਨ ਹਰਜੋਤ ਸਿੰਘ ਦਾ ਪਾਸਪੋਰਟ ਵੀ ਗਵਾਚ ਗਿਆ ਸੀ, ਜਿਸ ਦੇ ਚੱਲਦੇ ਸਪੈਸ਼ਲ ਫਲਾਈਟ ਦੇ ਜ਼ਰੀਏ ਅਲੱਗ ਖਾਸ ਪ੍ਰਬੰਧ ਕੀਤੇ ਗਏ ਨੇ, ਜਿਸ ਦੇ ਜ਼ਰੀਏ ਹੁਣ ਭਾਰਤ ਵਾਪਸ ਲਿਆਂਦਾ ਜਾਵੇਗਾ ਹਰਜੋਤ ਸਿੰਘ ਨੂੰ। ਯੂਕਰੇਨ ਦੇ ਵਿੱਚ ਫਸੇ ਜੋ ਵੀ ਵਿਦਿਆਰਥੀ ਨੇ ਪੋਲੈਂਡ ਦੇ ਰਸਤੇ ਭਾਰਤ ਵਾਪਸ ਲਿਆਉਣ ਦੀ ਉਹਨਾਂ ਨੂੰ ਜੋ ਪ੍ਰੋਸੈਸ ਚੱਲ ਰਿਹਾ ਭਾਰਤ ਸਰਕਾਰ ਦੇ ਵੱਲੋਂ ਆਪਣੇ ਆਖਰੀ ਚਰਮ ਤੇ ਪ੍ਰੋਸੈਸ ਆ ਚੁੱਕਾ ਹੈ ਤੇ ਜਿੰਨੇ ਵੀ ਵਿਦਿਆਰਥੀ ਉਧਰ ਫਸੇ ਹੋਏ ਨੇ ਲਗਾਤਾਰ ਉਹਨਾਂ ਨੂੰ ਭਾਰਤ ਵਾਪਸ ਲਿਆਇਆ ਜਾ ਰਿਹਾ। ਆਪਰੇਸ਼ਨ ਗੰਗਾ ਦੇ ਤਹਿਤ ਪੋਲੈਂਡ ਤੋਂ 200 ਵਿਦਿਆਰਥੀਆਂ ਨੂੰ ਲੈ ਕੇ ਅੱਜ ਵਾਯੂ ਸੈਨਾ ਦਾ C-17 ਗਲੋਬ ਮਾਸਟਰ ਵਿਮਾਨ ਆਖਰੀ ਵਾਰ ਉਡਾਨ ਭਰੇਗਾ। ਆਖਰੀ ਫਲਾਈਟ ਅੱਜ 6 ਵਜੇ ਹੋਵੇਗੀ ਜੋ ਗਾਜ਼ੀਆਬਾਦ ਦੇ ਹਿੰਡਨ 에ਅਰ ਬੇਸ ਤੇ ਲੈਂਡ ਕਰੇਗੀ, ਜਿਸ ਦੇ ਵਿੱਚ ਹਰਜੋਤ ਸਣੇ ਹੋਰ 200 ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਯੂਕਰੇਨ ਦੇ ਵਿੱਚ ਜਿਸ ਵਿਦਿਆਰਥੀ ਹਰਜੋਤ ਸਿੰਘ ਨੂੰ ਗੋਲੀ ਲੱਗੀ ਸੀ ਉਸ ਨੂੰ ਖਾਸ ਪ੍ਰਬੰਧਾਂ ਦੇ ਤਹਿਤ ਅੱਜ ਵਾਪਸ ਲਿਆਂਦਾ ਜਾਵੇਗਾ। 27 ਫਰਵਰੀ ਨੂੰ ਗੋਲੀ ਲੱਗੀ ਸੀ, 3 ਗੋਲੀਆਂ ਲੱਗੀਆਂ ਸੀ ਹਰਜੋਤ ਸਿੰਘ ਨੂੰ। ਹਰਜੋਤ ਸਿੰਘ ਨੇ ਇਸ ਮਾਮਲੇ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਉਸ ਦੇ ਨਾਲ ਵਾਪਰੀ ਹੈ। ਹਰਜੋਤ ਸਿੰਘ ਦਾ ਕਹਿਣਾ ਕਿ ਮੈਂ ਕੀਵ ਤੋਂ ਲਵੀਵ ਜਾਣ ਦੇ ਲਈ ਵੋਕ ਜਾਣਾ ਰੇਲਵੇ ਸਟੇਸ਼ਨ ਤੇ ਟ੍ਰੇਨ ਫੜਨ ਦੇ ਲਈ ਗਿਆ ਸੀ। 3 ਤੋਂ 4 ਵਾਰ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ बोर्डिंग नहीं हो पाई। फिर उसने ये तय किया, उस दे नाल तय किया कि कैब बुक करके वो जाणगे ते कैब दे रेट ज़्यादा सी, जिस तो बाद नॉर्मल रेट जो है कैब का 3 ਤੋਂ 5,000 रुपए हुंदा, पर कैब दे रेट ज़्यादा सी $4,000 यानी कि 3 लाख रुपए की मंग कैब ड्राइवर दे वल्लों कीती गई सी। फिर उस तो बाद $1,000 यानी कि 76,000 रुपए इंडियन 76,000 रुपए च डील फाइनल करके हरजोत कैब ड्राइवर दे नाल रवाना हो जाता है ਤੇ 3 ਦੋਸਤਾਂ ਦੇ ਨਾਲ ਇਹ ਜੋ 3 ਦੋਸਤ ਉਸ ਗੱਡੀ ਦੇ ਵਿੱਚ ਹੁੰਦੇ ਨੇ, ਉਸ ਕੈਬ ਦੇ ਵਿੱਚ ਹੁੰਦੇ ਨੇ ਜੋ ਕਿ ਸਟੇਸ਼ਨ ਵੱਲ ਰਵਾਨਾ ਹੁੰਦੀ ਹੈ ਤੇ 3 ਚੈੱਕ ਪੁਆਇੰਟ ਕ੍ਰੋਸ ਕਰ ਲਏ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਤੀਸਰਾ ਚੈੱਕ ਪੁਆਇੰਟ ਕ੍ਰੋਸ ਕੀਤਾ ਜਾਂਦਾ ਤਾਂ ਵਾਪਸ ਉਹਨਾਂ ਨੂੰ ਵਾਪਸ ਜਾਣ ਦੇ ਲਈ ਕਹਿ ਦਿੱਤਾ ਜਾਂਦਾ ਹੈ। ਰਾਤ ਨੂੰ ਸਿਕਿਉਰਿਟੀ ਰੀਜ਼ਨ ਦੱਸਦੇ ਹੋਏ ਅਗਲੇ ਦਿਨ ਚੈੱਕ ਪੁਆਇੰਟ ਕ੍ਰੋਸ ਕਰਨ ਲਈ ਕਿਹਾ ਜਾਂਦਾ। ਜਦੋਂ 3 ਚੈੱਕ ਪੁਆਇੰਟ ਹਰਜੋਤ ਦਾ ਕਹਿਣਾ ਕਿ ਜਦੋਂ 3 ਚੈੱਕ ਪੁਆਇੰਟ ਕ੍ਰੋਸ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਂਦਾ ਕਿ ਕੁਝ ਸਿਕਿਉਰਿਟੀ ਰੀਜ਼ਨ ਨੇ ਜਿਸ ਦੇ ਚੱਲਦੇ ਸਵੇਰੇ ਹੀ ਉਹ ਵਾਪਸ ਜਾ ਸਕਣਗੇ, ਸਵੇਰੇ ਹੀ ਅਗਲਾ ਚੈੱਕ ਪੁਆਇੰਟ ਕ੍ਰੋਸ ਕਰ ਸਕਣਗੇ। ਇਸ ਦੇ ਲਈ ਉਹਨਾਂ ਨੂੰ ਵਾਪਸ ਸਿਟੀ ਕੀਵ ਦੇ ਵਿੱਚ ਆਉਣਾ ਪੈ ਗਿਆ। ਜਦੋਂ
ਕੀਵ ਵੱਲੋਂ ਆਉਂਦੇ ਨੇ ਤਾਂ ਪਿਛਲੀ ਸੀਟ ਤੇ ਹਰਜੋਤ ਬੈਠਿਆ ਹੁੰਦਾ ਹੈ। ਕੀਵ ਸ਼ਹਿਰ ਦੇ ਅੰਦਰ ਉਸ ਦੀਆਂ ਅੱਖਾਂ ਦੇ ਸਾਹਮਣੇ ਗੋਲੀਬਾਰੀ ਹੁੰਦੀ ਹੈ। ਸ਼ੀਸ਼ਾ ਤੋੜਦੇ ਹੋਏ ਉਸ ਦੇ ਸਾਹਮਣੇ ਇੱਕ ਗੋਲੀ ਨਿਕਲ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਸਹਿਮ ਜਾਂਦਾ ਹਰਜੋਤ, ਕਾਰ ਦੇ ਵਿੱਚ ਨੀਚੇ ਬੈਠ ਜਾਂਦਾ। ਇਸ ਦੌਰਾਨ ਲਗਾਤਾਰ ਫਾਇਰਿੰਗ ਹੁੰਦੀ ਹੈ। 3-4 ਲੋਕ ਜ਼ਮੀਨ ਤੇ 3-4 ਲੋਕ ਬਿਲਡਿੰਗ ਤੇ ਖੜੇ ਹੋ ਕੇ AK-47 ਦੇ ਨਾਲ ਫਾਇਰਿੰਗ ਕਰ ਰਹੇ ਹੁੰਦੇ ਨੇ ਤੇ ਹਰਜੋਤ ਦਾ ਕਹਿਣਾ ਹੈ ਕਿ ਮੈਂ ਖੁਦ ਨੂੰ ਬਚਾਉਣ ਦੇ ਲਈ ਆਪਣੇ ਹੱਥ ਸੀਨੇ ਤੇ ਲਗਾਏ ਤੇ ਜ਼ਮੀਨ ਤੇ ਬੈਠ ਗਿਆ। ਉਸ ਤੋਂ ਬਾਅਦ ਇੱਕ ਬੁਲਟ ਉਸ ਦੇ ਗੋਡੇ ਦੇ ਵਿੱਚ ਲੱਗਦੀ ਹੈ, ਦੂਸਰੀ ਬੁਲਟ ਉਸ ਦੇ ਪੈਰ ਦੇ ਵਿੱਚ ਲੱਗਦੀ ਹੈ ਤੇ ਤੀਸਰੀ ਗੋਲੀ ਉਸ ਦਾ ਹੱਥ ਚੀਰਦੇ ਹੋਏ ਸੀਨੇ ਦੇ ਵਿੱਚ ਲੱਗ ਜਾਂਦੀ ਹੈ। ਇਹ ਜੋ ਸਾਰਾ ਵਾਕਿਆ ਹਰਜੋਤ ਦੇ ਵੱਲੋਂ ਦੱਸਿਆ ਗਿਆ ਹੈ। ਹਰਜੋਤ ਦਾ ਕਹਿਣਾ ਹੈ ਕਿ 3 ਗੋਲੀਆਂ ਲੱਗਦੀਆਂ ਨੇ ਉਸ ਨੂੰ, ਇੱਕ ਗੋਲੀ ਉਸ ਦੇ ਸੀਨੇ ਦੇ ਵਿੱਚ ਲੱਗਦੀ ਹੈ, ਇੱਕ ਉਸ ਦੇ ਗੋਡੇ ਦੇ ਵਿੱਚ ਲੱਗਦੀ ਹੈ ਤੇ ਇੱਕ ਉਸ ਦੇ ਪੈਰ ਦੇ ਵਿੱਚ ਲੱਗਦੀ ਹੈ, ਜਿਸ ਤੋਂ ਬਾਅਦ ਹਰਜੋਤ ਬੇਹੋਸ਼ ਹੋ ਜਾਂਦਾ ਹੈ। 2 ਮਾਰਚ ਨੂੰ ਰਾਤ 10 ਵਜੇ ਜਦੋਂ ਹਰਜੋਤ ਦੀ ਅੱਖ ਖੁੱਲਦੀ ਹੈ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਕਰੀਬ 3-4 ਘੰਟੇ ਜ਼ਮੀਨ ਤੇ ਡਿੱਗਿਆ ਰਿਹਾ, ਜ਼ਮੀਨ ਤੇ ਬੇਹੋਸ਼ ਰਿਹਾ। ਹਰਜੋਤ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲੇ ਫੋਨ ਉਸਨੇ ਆਪਣੀ ਮਾਂ ਨੂੰ ਕੀਤਾ। ਨਵੀਂ ਜ਼ਿੰਦਗੀ ਮਿਲੀ ਹੈ, ਆਪਣੀ ਮਾਂ ਨੂੰ ਦੱਸਿਆ ਕਿ ਅੱਜ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ ਤੇ ਮੈਂ ਹੁਣ ਭਾਰਤ ਵਾਪਸ ਆ ਰਿਹਾ। ਇਹ ਜੋ ਸਾਰਾ ਵਾਕਿਆ ਹਰਜੋਤ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਸੀ ਕੀਵ ਦੇ ਵਿੱਚ, ਕਿਸ ਤਰੀਕੇ ਦੇ ਨਾਲ ਉਸਨੇ ਆਪਣੀ ਅੱਖਾਂ ਦੇ ਸਾਹਮਣੇ ਫਾਇਰਿੰਗ ਹੁੰਦੀ ਦੇਖੀ ਸੀ ਤੇ ਉਸ ਨੂੰ ਗੋਲੀਆਂ ਕਿਸ ਤਰੀਕੇ ਦੇ ਨਾਲ ਲੱਗਦੀਆਂ ਨੇ। ਹਰਜੋਤ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ। ਆਪਣੀ ਮਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਹਰਜੋਤ ਇੱਕ ਵੀਡੀਓ ਬਣਾਉਂਦਾ ਹੈ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਹਰਜੋਤ ਦੇ ਕੀ ਹਾਲਾਤ ਨੇ ਸਾਰਿਆਂ ਨੂੰ ਪਤਾ ਲੱਗਦੇ ਨੇ। ਲਵੀਰ ਦੇ ਹਸਪੀਟਲ ਦੇ ਵਿੱਚ ਭਰਤੀ ਵਿਦਿਆਰਥੀ ਹਰਜੋਤ ਸਿੰਘ ਨੇ ਇੱਕ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਭਾਰਤ ਦੀ ਅੰਬੈਸੀ ਦੇ ਕੋਲ ਬਿਲਕੁਲ ਭਾਰਤ ਦੀ ਅੰਬੈਸੀ ਤੋਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਹਰਜੋਤ ਹੈ ਤੇ ਉਸ ਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ। ਅੰਬੈਸੀ ਦੇ ਅਧਿਕਾਰੀਆਂ ਨੇ ਇੱਕ ਕਾਲ ਕਰਕੇ ਵੀ ਉਸ ਦਾ ਹਾਲ ਚਾਲ ਨਹੀਂ ਪੁੱਛਿਆ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਜੋ ਵਿਦੇਸ਼ ਮੰਤਰੀ ਨੇ ਅਰਿੰਦਮ ਬਾਗਚੀ, ਉਹਨਾਂ ਦਾ ਬਿਆਨ ਜਾਰੀ ਹੁੰਦਾ ਤੇ ਭਾਰਤ ਹਰਜੋਤ ਸਿੰਘ ਦੇ ਸਾਰੇ ਇਲਾਜ ਦਾ ਖਰਚ ਚੱਕਦੀ ਹੈ। ਜੋ ਬਿਆਨ ਅਰਿੰਦਮ ਬਾਗਚੀ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਜੋ ਹਰਜੋਤ ਸਿੰਘ ਕੀਵ ਦੇ ਹਸਪਤਾਲ ਦੇ ਵਿੱਚ ਹੈ ਉਸ ਦੇ ਇਲਾਜ ਦਾ ਸਾਰਾ ਖਰਚ ਭਾਰਤ ਹੀ ਚੱਕੇਗਾ। ਉਸ ਤੋਂ ਬਾਅਦ ਇਲਾਜ ਹਰਜੋਤ ਸਿੰਘ ਦਾ ਚੱਲਦਾ ਹੈ ਤੇ ਹਰਜੋਤ ਸਿੰਘ ਹੁਣ ਕੁਝ ਠੀਕ ਹੈ। ਇਹ ਸਾਰਾ ਵਾਕਿਆ ਹਰਜੋਤ ਸਿੰਘ ਦੇ ਵੱਲੋਂ ਦੱਸਿਆ ਗਿਆ ਤੇ ਅੱਜ ਹਰਜੋਤ ਸਿੰਘ ਭਾਰਤ ਵਾਪਸ ਆਵੇਗਾ, ਵਤਨ ਵਾਪਸੀ ਹੋਵੇਗੀ। C-17 ਗਲੋਬ ਮਾਸਟਰ ਜਹਾਜ਼ ਦੇ ਜ਼ਰੀਏ ਜੋ ਹੈ ਵਾਯੂ ਸੈਨਾ ਦੇ ਜਹਾਜ਼ ਦੇ ਜ਼ਰੀਏ ਅੱਜ ਹਰਜੋਤ ਸਿੰਘ ਭਾਰਤ ਆਵੇਗਾ। ਹਰਜੋਤ ਸਿੰਘ ਸਣੇ 200 ਵਿਦਿਆਰਥੀ ਜੋ ਹੁਣ ਕੀਵ ਦੇ ਵਿੱਚ ਨੇ ਮਿਸ਼ਨ ਗੰਗਾ ਤਹਿਤ ਉਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਦੇ ਬਾਰੇ ਜਾਣਕਾਰੀ ਅੱਜ ਜਰਨਲ VK ਸਿੰਘ ਨੇ ਵੀ ਟਵੀਟ ਕਰਕੇ ਦਿੱਤੀ ਹੈ ਕਿ ਹਰਜੋਤ ਸਿੰਘ ਨੂੰ ਐਂਬੂਲੈਂਸ ਰਾਹੀਂ ਪੋਲੈਂਡ ਬਾਰਡਰ ਪਾਰ ਕਰਵਾ ਦਿੱਤਾ ਗਿਆ ਤੇ ਅੱਜ ਭਾਰਤ ਵਾਪਸੀ ਹੋਵੇਗੀ। 6 ਵਜੇ ਇਹ ਵਿਮਾਨ ਲੈਂਡ ਕਰੇਗਾ। 6 ਵਜੇ ਉੱਥੋਂ 6 ਵਜੇ C-17 ਗਲੋਬ ਮਾਸਟਰ ਜਿਸ ਦੇ ਵਿੱਚ ਇਹਨਾਂ ਭਾਰਤੀਆਂ ਨੂੰ ਲਿਆਂਦਾ ਜਾਵੇਗਾ, ਜਿਨ੍ਹਾਂ ਦੇ ਵਿੱਚ ਹਰਜੋਤ ਸਿੰਘ ਵੀ ਹੈ, ਉੱਥੋਂ ਤੁਰੇਗਾ ਤੇ ਭਾਰਤ ਦੇ ਵਿੱਚ ਆਵੇਗਾ, ਦਿੱਲੀ ਦੇ ਵਿੱਚ ਲੈਂਡ ਕਰੇਗਾ। ਦੱਸ ਦਈਏ ਕਿ ਪੋਲੈਂਡ ਦੇ ਰਸਤੇ ਇਹ 3 ਵਿਦਿਆਰਥੀ ਆ ਰਹੇ ਸੀ ਜਿਨ੍ਹਾਂ ਨੂੰ ਗੋਲੀ ਲੱਗੀ ਹੈ। ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਹੁਣ ਜੋ ਹਰਜੋਤ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕਾ ਹੈ, ਕੁਝ ਕਮਜ਼ੋਰੀ ਹੈ ਪਰ ਇਲਾਜ ਤੋਂ ਬਾਅਦ ਹੁਣ ਹਰਜੋਤ ਸਿੰਘ ਕੁਝ ਠੀਕ ਹੈ ਤੇ ਉਸ ਨੂੰ ਅੱਜ ਭਾਰਤ ਲਿਆਂਦਾ ਜਾਵੇਗਾ ਐਂਬੂਲੈਂਸ ਦੇ ਜ਼ਰੀਏ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਐਂਬੂਲੈਂਸ ਦੇ ਜ਼ਰੀਏ ਹਰਜੋਤ ਸਿੰਘ ਨੂੰ ਪੋਲੈਂਡ ਬਾਰਡਰ ਪਾਰ ਕਰਵਾ ਦਿੱਤਾ ਗਿਆ ਤੇ ਅੱਜ 200 ਵਿਦਿਆਰਥੀਆਂ ਸਣੇ ਭਾਰਤ ਵਾਪਸੀ ਹੋਵੇਗੀ। ਇਸ ਮਾਮਲੇ ਦੇ ਵਿੱਚ ਸਾਡੇ ਬਿਊਰੋ ਚੀਫ ਬਲਜੀਤ ਮਰਵਾਹਾ ਜੀ ਨੇ ਗੱਲਬਾਤ ਕੀਤੀ ਹੈ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਦੇ ਨਾਲ ਫੋਨ ਲਾਈਨ ਤੇ ਗੱਲਬਾਤ ਹੋਈ ਹੈ। ਇੱਕ ਵਾਰ ਤੁਸੀਂ ਵੀ ਉਹ ਗੱਲਬਾਤ ਜ਼ਰੂਰ ਸੁਣੋ ਜੋ ਬਲਜੀਤ ਮਰਵਾਹਾ ਜੀ ਦੀ ਪੁਨੀਤ ਸਿੰਘ ਚੰਡੋਕ ਦੇ ਨਾਲ ਹੋਈ ਹੈ ਹਰਜੋਤ ਸਿੰਘ ਦੇ ਮਾਮਲੇ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਜੋ ਵਿਦਿਆਰਥੀ ਨਾਲ ਆਉਣਗੇ ਕਿਸ ਤਰੀਕੇ ਦੇ ਨਾਲ ਕੀ ਪ੍ਰਬੰਧ ਕੀਤੇ ਗਏ ਨੇ। ਇੱਕ ਵਾਰ ਤੁਸੀਂ ਵੀ ਉਹ ਸਾਰੀ ਗੱਲਬਾਤ ਜ਼ਰੂਰ ਸੁਣੋ।
का स्वागत है। सो हरजोत ਦੀ ਅਪਡੇਟ ਨੂੰ ਲੈ ਕੇ ਕਦੋਂ ਭਾਰਤ ਪਹੁੰਚ ਜਾਣਗੇ, ਆਪਣੇ ਘਰ ਪਹੁੰਚ ਜਾਣਗੇ, ਸਾਡੇ ਨਾਲ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਚੰਡੋਕ ਸਾਹਿਬ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਚੰਡੋਕ ਸਾਹਿਬ, ਕੀ ਲੇਟੈਸਟ ਅਪਡੇਟ ਹੈ ਜੀ ਹਰਜੋਤ ਦੀ ਜੀ? ਜੀ ਇਸ ਤਰ੍ਹਾਂ ਹੈਗਾ ਕਿ ਹਰਜੋਤ ਸਿੰਘ ਜੀ ਇਸ ਟਾਈਮ ਦੇ ਉੱਪਰ ਪੋਲੈਂਡ ਦੇ ਸ਼ਹਿਰ ਜ਼ੋਸ਼ੋ ਤੋਂ ਰਵਾਨਗੀ ਕਰ ਚੁੱਕੇ ਹੈਗੇ ਨੇ ਹਿੰਦੁਸਤਾਨ ਦੇ ਲਈ। ਉਹਨਾਂ ਦੇ ਨਾਲ ਕੇਂਦਰ ਦੇ ਮੰਤਰੀ ਜਨਰਲ ਵੀਕੇ ਸਿੰਘ ਜੀ ਖੁਦ ਆ ਰਹੇ ਹੈਗੇ ਨੇ ਜੀ। ਉਹਨਾਂ ਦੇ ਦੇਖ ਰੇਖ ਲਈ, ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ, ਉਹਨਾਂ ਨੂੰ ਜਿਹੜੀ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਕੀਵ ਦੇ ਵਿੱਚ ਯੁੱਧ ਦੇ ਦੌਰਾਨ ਜੀ, ਉਹਨੂੰ ਮੱਦੇਨਜ਼ਰ ਦੇਖਦੇ ਹੋਏ ਭਾਰਤ ਸਰਕਾਰ ਤੋਂ ਬੜੇ ਉੱਚ ਕਦਮ ਚੁੱਕੇ ਗਏ ਤੇ ਉਹਨਾਂ ਨੂੰ ਦਿੱਲੀ ਦੇ ਹਿੰਡਨ 에ਅਰਬੇਸ ਤੇ ਉਤਰਨ ਤੋਂ ਬਾਅਦ ਆਰਮੀ ਦੇ ਰਿਸਰਚ ਐਂਡ ਰੈਫਰਲ ਹਸਪੀਟਲ ਸ਼ਿਫਟ ਕੀਤਾ ਜਾਏਗਾ ਜੀ। ਤੇ ਸਰਕਾਰ ਵੱਲੋਂ ਸਾਰਾ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਨਰਲ ਵੀਕੇ ਸਿੰਘ ਜੀ ਖੁਦ ਸੰਪਰਕ ਹੈਗੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ 에ਅਰਬੇਸ ਤੇ ਪਹੁੰਚਣਗੇ ਆਪਣੇ ਬੱਚੇ ਦਾ ਸਵਾਗਤ ਕਰਨ ਲਈ। ਜੀ, ਸੋ ਚੰਡੋਕ ਸਾਹਿਬ, ਇਹਨਾਂ ਨੂੰ ਜਿੱਥੇ ਉਹ ਦਿੱਲੀ ਦੇ ਵਿੱਚ ਹੀ ਰੱਖਿਆ ਜਾਏਗਾ, ਤੁਸੀਂ ਦੱਸ ਰਹੇ ਹੋ ਆਰਮੀ ਜਿਹੜਾ ਹੈਗਾ ਹਸਪੀਟਲ ਉਹਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਘਰ ਦਿੱਲੀ ਦੇ ਵਿੱਚ ਹੀ ਹੈ ਤੇ ਕਦ ਤੱਕ ਕੁਝ ਚਾਂਸ ਹੈ ਸ਼ਿਫਟ ਕੀਤਾ ਜਾ ਸਕਦਾ? ਇਹ ਦਿੱਲੀ ਦੇ ਰੈਜ਼ੀਡੈਂਟ ਹੈਗੇ ਤੇ ਭਾਰਤ ਸਰਕਾਰ ਵੱਲੋਂ ਪਹਿਲੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਵੀ ਇਹਨਾਂ ਦਾ ਜੋ ਵੀ ਦੇਖ ਰੇਖ ਹੋਏਗਾ, ਜੋ ਵੀ ਇਲਾਜ ਹੋਏਗਾ, ਉਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਹਰ ਸਹੂਲੀਅਤ ਤਰੀਕੇ ਨਾਲ ਇਹਨਾਂ ਦੀ ਮਦਦ ਕਰੇਗੀ ਤੇ ਔਰ ਸਰਕਾਰ ਕਰ ਵੀ ਰਹੀ ਹੈ। ਇਸ ਟਾਈਮ ਦੇ ਉੱਪਰ ਜਿਹੜਾ ਇੰਡੀਅਨ 에ਅਰ ਫੋਰਸ ਦਾ ਵਿਸ਼ੇਸ਼ ਵਿਮਾਨ ਜਿਹੜਾ ਗਿਆ ਹੈਗਾ ਉੱਥੇ ਪੋਲੈਂਡ ਦੇ ਵਿੱਚ C-17 ਗਲੋਬ ਮਾਸਟਰ ਜੀ, ਉਹ ਉਡਾਨ ਭਰ ਚੁੱਕੇ ਹੈ ਤੇ ਸ਼ਾਮ ਦੇ 6 ਵਜੇ ਦੇ ਕਰੀਬ ਦਿੱਲੀ ਦੇ ਗਾਜ਼ੀਆਬਾਦ ਸ਼ਹਿਰ ਵਿਖੇ ਜਿਹੜਾ ਦਿੱਲੀ ਦੇ ਨਾਲ ਹੈਗਾ ਹਿੰਡਨ 에ਅਰਬੇਸ ਉਤਰੇਗਾ। ਜੀ ਜੀ, ਸੋ ਕੀ ਕਹੋਗੇ ਚੰਡੋਕ ਸਾਹਿਬ, ਤੁਹਾਡੇ ਕੋਲ ਤਾਂ ਦੁਨੀਆ ਭਰ ਤੋਂ ਜਿਹੜੀਆਂ ਹੈਗੀਆਂ ਕਾਲਸ ਆ ਰਹੀਆਂ ਹੋਣਗੀਆਂ, ਇਹ ਜਿਹੜੇ ਪ੍ਰਬੰਧ ਇੰਡੀਅਨ ਗਵਰਨਮੈਂਟ ਦੇ ਨੇ ਕਿੰਨੇ ਕੁ ਸੈਟੀਸਫਾਈਡ ਹੈ ਨੇ ਜਿਹੜੇ ਸਫ਼ਰ ਕਰ ਰਹੇ ਲੋਕ ਉਹਨਾਂ ਲਈ? देखिए, मैं एक गल दसना चाहांगा कि ਜਿਹੜੇ ਉੱਚ ਕਦਮ ਭਾਰਤ ਸਰਕਾਰ ਨੇ ਚੁੱਕੇ ਹੈਗੇ ਨੇ ਕਾਫੀ ਸ਼ਲਾਘਾਯੋਗ ਕਦਮ ਹੈਗੇ। ਇਸ ਟਾਈਮ ਦੇ ਉੱਪਰ ਤੁਸੀਂ ਦੇਖੋ ਕਰੀਬਨ ਜਿਹੜੇ ਆંકੜੇ ਆਏ ਸਾਡੇ ਕੋਲ 15,000 ਤੋਂ ਉੱਪਰ ਬੱਚੇ ਨੂੰ ਭਾਰਤ ਸਰਕਾਰ ਸੁਰੱਖਿਅਤ ਵਾਪਸ ਦੇਸ਼ ਲੈ ਕੇ ਆ ਚੁੱਕੀ ਹੈਗੀ ਹੈ ਤੇ ਮੈਂ ਸਮਝਦਾ ਹੈਗਾ ਜਿਹੜੇ ਚੰਗੇ ਕੰਮ ਸਰਕਾਰ ਨੇ ਕੀਤੇ ਉਹ ਸਾਡਾ ਫਰਜ਼ ਬਣਦਾ ਸਰਕਾਰ ਦੀ ਸ਼ਲਾਘਾ ਕਰਨ ਦਾ ਤੇ ਨਾਲ ਧੰਨਵਾਦ ਕਰਨ ਦਾ ਵੀ। ਜਿਹੜੇ ਕਦਮ ਪ੍ਰਧਾਨ ਮੰਤਰੀ ਦੇ ਹੇਠ ਚੁੱਕੇ ਗਏ ਨੇ, ਖਾਸ ਕਰਕੇ ਵਿਦੇਸ਼ ਮੰਤਰਾਲੇ ਦੇ ਜਿਹੜੇ ਅਧਿਕਾਰੀ ਉੱਥੇ ਸਥਿਤ ਹੈਗੇ ਨੇ, ਹੰਗਰੀ ਦੇ ਵਿੱਚ, ਰੋਮਾਨੀਆ ਦੇ ਵਿੱਚ, ਪੋਲੈਂਡ ਦੇ ਵਿੱਚ, ਸਲੋਵਾਕੀਆ ਦੇ ਵਿੱਚ, ਹਰ ਮਿੰਟ ਦੀ ਖਬਰ ਸਰਕਾਰ ਖੁਦ ਲੈ ਰਹੀ ਹੈ। ਬੱਚਿਆਂ ਨੂੰ ਖਾਣ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦੇ ਸਫ਼ਰ ਤੱਕ ਦੀ, ਕਿਸੇ ਨੂੰ ਭਾਵੇਂ ਮੈਡੀਕਲ ਮਦਦ ਚਾਹੀਦੀ ਹੋਏ ਜਾਂ ਕਿਸੇ ਹੋਰ ਆਰਥਿਕ ਮਦਦ ਚਾਹੀਏ, ਸਰਕਾਰ ਨੇ ਹਰ ਕਿਸਮ ਦੀ ਬੱਚਿਆਂ ਨੂੰ ਤੰਦਰੁਸਤੀ ਤੇ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀ, ਸੋ ਦਰਸ਼ਕੋ, ਜੋ ਹੁਣ ਸਾਨੂੰ ਪੁਨੀਤ ਸਿੰਘ ਚੰਡੋਕ ਜੀ ਨੇ ਦੱਸਿਆ ਕਿ ਜੋ ਲੇਟੈਸਟ ਅਰੇਂਜਮੈਂਟ ਕੀਤੇ ਜਾ ਰਹੇ ਨੇ, ਜੋ ਤਿਆਰੀਆਂ ਚੱਲ ਰਹੀਆਂ ਨੇ, ਹਰਮਨ ਵੀ ਹੈਗੇ ਨੇ ਜਿਹੜੇ ਅੱਜ ਆਪਣੇ ਦਿੱਲੀ ਪਹੁੰਚ ਜਾਣਗੇ। ਹਾਲਾਂਕਿ ਘਰ ਨਹੀਂ ਜਾ ਪਾਣਗੇ, ਹਸਪੀਟਲ 'ਚ ਇਲਾਜ ਹੋਏਗਾ ਤੇ ਹੋਰ ਵੀ ਜਿਹੜੀ ਅਪਡੇਟਸ ਆ ਰਹੀਆਂ ਸੀ ਇਹਨਾਂ ਤੋਂ ਲੈਂਦੇ ਰਹਾਂਗੇ। ਸੋ ਚੰਡੋਕ ਸਾਹਿਬ, ਸਾਡੇ ਨਾਲ ਫੋਨ ਲਾਈਨ ਤੇ ਜੁੜਨ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸਕਰੂਲ ਪੰਜਾਬ ਦੇ ਦਰਸ਼ਕਾਂ ਦਾ ਸਵਾਗਤ ਹੈ। ਸੋ ਹਰਜੋਤ ਦੀ ਅਪਡੇਟ ਨੂੰ ਲੈ ਕੇ ਕਦੋਂ ਭਾਰਤ ਪਹੁੰਚ ਜਾਣਗੇ, ਆਪਣੇ ਘਰ ਪਹੁੰਚ ਜਾਣਗੇ, ਸਾਡੇ ਨਾਲ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਚੰਡੋਕ ਸਾਹਿਬ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਚੰਡੋਕ ਸਾਹਿਬ, ਕੀ ਲੇਟੈਸਟ ਅਪਡੇਟ ਹੈ ਜੀ ਹਰਜੋਤ ਦੀ ਜੀ? ਜੀ ਇਸ ਤਰ੍ਹਾਂ ਹੈਗਾ ਕਿ ਹਰਜੋਤ ਸਿੰਘ ਜੀ ਇਸ ਟਾਈਮ ਦੇ ਉੱਪਰ ਪੋਲੈਂਡ ਦੇ ਸ਼ਹਿਰ ਜ਼ੋਸ਼ੋ ਤੋਂ ਰਵਾਨਗੀ ਕਰ ਚੁੱਕੇ ਹੈਗੇ ਨੇ ਹਿੰਦੁਸਤਾਨ ਦੇ ਲਈ। ਉਹਨਾਂ ਦੇ ਨਾਲ ਕੇਂਦਰ ਦੇ ਮੰਤਰੀ ਜਨਰਲ ਵੀਕੇ ਸਿੰਘ ਜੀ ਖੁਦ ਆ ਰਹੇ ਹੈਗੇ ਨੇ ਜੀ। ਉਹਨਾਂ ਦੇ ਦੇਖ ਰੇਖ ਲਈ, ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ, ਉਹਨਾਂ ਨੂੰ ਜਿਹੜੀ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਕੀਵ ਦੇ ਵਿੱਚ ਯੁੱਧ ਦੇ ਦੌਰਾਨ ਜੀ, ਉਹਨੂੰ ਮੱਦੇਨਜ਼ਰ ਦੇਖਦੇ ਹੋਏ ਭਾਰਤ ਸਰਕਾਰ ਤੋਂ ਬੜੇ ਉੱਚ ਕਦਮ ਚੁੱਕੇ ਗਏ ਤੇ ਉਹਨਾਂ ਨੂੰ ਦਿੱਲੀ ਦੇ ਹਿੰਡਨ 에ਅਰਬੇਸ ਤੇ ਉਤਰਨ ਤੋਂ ਬਾਅਦ ਆਰਮੀ ਦੇ ਰਿਸਰਚ ਐਂਡ ਰੈਫਰਲ ਹਸਪੀਟਲ ਸ਼ਿਫਟ ਕੀਤਾ ਜਾਏਗਾ ਜੀ ਤੇ ਸਰਕਾਰ ਵੱਲੋਂ ਸਾਰਾ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਨਰਲ ਵੀਕੇ ਸਿੰਘ ਜੀ ਖੁਦ ਸੰਪਰਕ ਹੈਗੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ 에ਅਰਬੇਸ ਤੇ ਪਹੁੰਚਣਗੇ ਆਪਣੇ ਬੱਚੇ ਦਾ ਸਵਾਗਤ ਕਰਨ ਲਈ। ਜੀ, ਸੋ ਚੰਡੋਕ ਸਾਹਿਬ, ਇਹਨਾਂ ਨੂੰ ਜਿੱਥੇ ਉਹ ਦਿੱਲੀ ਦੇ ਵਿੱਚ ਹੀ ਰੱਖਿਆ ਜਾਏਗਾ, ਤੁਸੀਂ ਦੱਸ ਰਹੇ ਹੋ ਆਰਮੀ ਜਿਹੜਾ ਹੈਗਾ ਹਸਪੀਟਲ ਉਹਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਘਰ ਦਿੱਲੀ ਦੇ ਵਿੱਚ ਹੀ ਹੈ ਤੇ ਕਦ ਤੱਕ ਕੁਝ ਚਾਂਸ ਹੈ ਸ਼ਿਫਟ ਕੀਤਾ ਜਾ ਸਕਦਾ? ਇਹ ਦਿੱਲੀ ਦੇ ਰੈਜ਼ੀਡੈਂਟ ਹੈਗੇ ਤੇ ਭਾਰਤ ਸਰਕਾਰ ਵੱਲੋਂ ਪਹਿਲੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਵੀ ਇਹਨਾਂ ਦਾ ਜੋ ਵੀ ਦੇਖ ਰੇਖ ਹੋਏਗਾ, ਜੋ ਵੀ ਇਲਾਜ ਹੋਏਗਾ, ਉਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਹਰ ਸਹੂਲੀਅਤ ਤਰੀਕੇ ਨਾਲ ਇਹਨਾਂ ਦੀ ਮਦਦ ਕਰੇਗੀ ਤੇ ਔਰ ਸਰਕਾਰ ਕਰ ਵੀ ਰਹੀ ਹੈ। ਇਸ ਟਾਈਮ ਦੇ ਉੱਪਰ ਜਿਹੜਾ ਇੰਡੀਅਨ 에ਅਰ ਫੋਰਸ ਦਾ ਵਿਸ਼ੇਸ਼ ਵਿਮਾਨ ਜਿਹੜਾ ਗਿਆ ਹੈਗਾ ਉੱਥੇ ਪੋਲੈਂਡ ਦੇ ਵਿੱਚ C-17 ਗਲੋਬ ਮਾਸਟਰ ਜੀ, ਉਹ ਉਡਾਨ ਭਰ ਚੁੱਕੇ ਹੈ ਤੇ ਸ਼ਾਮ ਦੇ 6 ਵਜੇ ਦੇ ਕਰੀਬ ਦਿੱਲੀ ਦੇ ਗਾਜ਼ੀਆਬਾਦ ਸ਼ਹਿਰ ਵਿਖੇ ਜਿਹੜਾ ਦਿੱਲੀ ਦੇ ਨਾਲ ਹੈਗਾ ਹਿੰਡਨ 에ਅਰਬੇਸ ਉਤਰੇਗਾ।
ਜੀ ਸੋ ਕੀ ਕਹੋਗੇ ਚੰਡੋਕ ਸਾਹਿਬ, ਤੁਹਾਡੇ ਕੋਲ ਤਾਂ ਦੁਨੀਆ ਭਰ ਤੋਂ ਜਿਹੜੀਆਂ ਹੈਗੀਆਂ ਕਾਲਸ ਆ ਰਹੀਆਂ ਹੋਣਗੀਆਂ, ਇਹ ਜਿਹੜੇ ਪ੍ਰਬੰਧ ਇੰਡੀਅਨ ਗਵਰਨਮੈਂਟ ਦੇ ਨੇ ਕਿੰਨੇ ਕੁ ਸੈਟੀਸਫਾਈਡ ਹੈ ਨੇ ਇਹ ਜਿਹੜੇ ਸਫਰ ਕਰ ਰਹੇ ਆ ਲੋਕ ਉਹਨਾਂ ਲਈ? ਦੇਖिए मैं एक गल दसना चाहांगा कि ਜਿਹੜੇ ਉੱਚ ਕਦਮ ਭਾਰਤ ਸਰਕਾਰ ਨੇ ਚੁੱਕੇ ਹੈਗੇ ਨੇ ਕਾਫੀ ਸ਼ਲਾਘਾਯੋਗ ਕਦਮ ਹੈਗੇ। ਇਸ ਟਾਈਮ ਦੇ ਉੱਪਰ ਤੁਸੀਂ ਦੇਖੋ ਕਰੀਬਨ ਜਿਹੜੇ ਆંકੜੇ ਆਏ ਸਾਡੇ ਕੋਲ 15,000 ਤੋਂ ਉੱਪਰ ਬੱਚੇ ਨੂੰ ਭਾਰਤ ਸਰਕਾਰ ਸੁਰੱਖਿਅਤ ਵਾਪਸ ਦੇਸ਼ ਲੈ ਕੇ ਆ ਚੁੱਕੀ ਹੈਗੀ ਹੈ। ਤੇ ਮੈਂ ਸਮਝਦਾ ਹੈਗਾ ਜਿਹੜੇ ਚੰਗੇ ਕੰਮ ਸਰਕਾਰ ਨੇ ਕੀਤੇ ਉਹ ਸਾਡਾ ਫਰਜ਼ ਬਣਦਾ ਹੈ ਸਰਕਾਰ ਦੀ ਸ਼ਲਾਘਾ ਕਰਨ ਦਾ ਤੇ ਨਾਲ ਧੰਨਵਾਦ ਕਰਨ ਦਾ ਵੀ। ਜਿਹੜੇ ਕਦਮ ਪ੍ਰਧਾਨ ਮੰਤਰੀ ਦੇ ਹੇਠ ਚੁੱਕੇ ਗਏ ਨੇ, ਖਾਸ ਕਰਕੇ ਵਿਦੇਸ਼ ਮੰਤਰਾਲੇ ਦੇ ਜਿਹੜੇ ਅਧਿਕਾਰੀ ਉੱਥੇ ਸਥਿਤ ਹੈਗੇ ਨੇ, ਹੰਗਰੀ ਦੇ ਵਿੱਚ, ਰੋਮਾਨੀਆ ਦੇ ਵਿੱਚ, ਪੋਲੈਂਡ ਦੇ ਵਿੱਚ, ਸਲੋਵਾਕੀਆ ਦੇ ਵਿੱਚ, ਹਰ ਮਿੰਟ ਦੀ ਖਬਰ ਸਰਕਾਰ ਖੁਦ ਲੈ ਰਹੀ ਹੈ। ਬੱਚਿਆਂ ਨੂੰ ਖਾਣ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦੇ ਸਫ਼ਰ ਤੱਕ ਦੀ ਕਿਸੇ ਨੂੰ ਭਾਵੇਂ ਮੈਡੀਕਲ ਮਦਦ ਚਾਹੀਦੀ ਹੋਏ ਜਾਂ ਕਿਸੇ ਹੋਰ ਆਰਥਿਕ ਮਦਦ ਚਾਹੀਏ, ਸਰਕਾਰ ਨੇ ਹਰ ਕਿਸਮ ਦੀ ਬੱਚਿਆਂ ਨੂੰ ਤੰਦਰੁਸਤੀ ਤੇ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀ ਸੋ ਦਰਸ਼ਕੋ, ਜੋ ਹੁਣ ਸਾਨੂੰ ਪੁਨੀਤ ਸਿੰਘ ਚੰਡੋਕ ਜੀ ਨੇ ਦੱਸਿਆ ਕਿ ਜੇ ਜੋ ਲੇਟੈਸਟ ਅਰੇਂਜਮੈਂਟ ਕੀਤੇ ਜਾ ਰਹੇ ਨੇ, ਜੋ ਤਿਆਰੀਆਂ ਚੱਲ ਰਹੀਆਂ ਨੇ, ਹਰਮਨ ਵੀ ਹੈਗੇ ਨੇ ਜਿਹੜੇ ਅੱਜ ਆਪਣੇ ਦਿੱਲੀ ਪਹੁੰਚ ਜਾਣਗੇ। ਹਾਲਾਂਕਿ ਘਰ ਨਹੀਂ ਜਾ ਪਾਣਗੇ, ਹਸਪੀਟਲ 'ਚ ਇਲਾਜ ਹੋਏਗਾ ਤੇ ਹੋਰ ਵੀ ਜਿਹੜੀ ਅਪਡੇਟਸ ਆ ਰਹੀਆਂ ਅਸੀਂ ਇਹਨਾਂ ਤੋਂ ਲੈਂਦੇ ਰਹਾਂਗੇ। ਸੋ ਚੰਡੋਕ ਸਾਹਿਬ, ਸਾਡੇ ਨਾਲ ਫੋਨ ਲਾਈਨ ਤੇ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸਕਰੂਲ ਪੰਜਾਬ ਦੇ ਦਰਸ਼ਕਾਂ ਦਾ ਸਵਾਗਤ ਹੈ। ਸੋ ਹਰਜੋਤ ਦੀ ਅਪਡੇਟ ਨੂੰ ਲੈ ਕੇ ਕਦੋਂ ਭਾਰਤ ਪਹੁੰਚ ਜਾਣਗੇ, ਆਪਣੇ ਘਰ ਪਹੁੰਚ ਜਾਣਗੇ, ਸਾਡੇ ਨਾਲ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਚੰਡੋਕ ਸਾਹਿਬ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਚੰਡੋਕ ਸਾਹਿਬ, ਕੀ ਲੇਟੈਸਟ ਅਪਡੇਟ ਹੈ ਜੀ ਹਰਜੋਤ ਦੀ? ਜੀ ਇਸ ਤਰ੍ਹਾਂ ਹੈ ਕਿ ਹਰਜੋਤ ਸਿੰਘ ਜੀ ਇਸ ਟਾਈਮ ਦੇ ਉੱਪਰ ਪੋਲੈਂਡ ਦੇ ਸ਼ਹਿਰ ਜ਼ੋਸ਼ੋ ਤੋਂ ਰਵਾਨਗੀ ਕਰ ਚੁੱਕੇ ਹੈਗੇ ਨੇ ਹਿੰਦੁਸਤਾਨ ਦੇ ਲਈ। ਉਹਨਾਂ ਦੇ ਨਾਲ ਕੇਂਦਰ ਦੇ ਮੰਤਰੀ ਜਨਰਲ ਵੀਕੇ ਸਿੰਘ ਜੀ ਖੁਦ ਆ ਰਹੇ ਹੈਗੇ ਜੀ। ਉਹਨਾਂ ਦੇ ਦੇਖ ਰੇਖ ਲਈ, ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ, ਉਹਨਾਂ ਨੂੰ ਜਿਹੜੀ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਕੀਵ ਦੇ ਵਿੱਚ ਯੁੱਧ ਦੇ ਦੌਰਾਨ ਜੀ, ਉਹਨੂੰ ਮੱਦੇਨਜ਼ਰ ਦੇਖਦੇ ਹੋਏ ਭਾਰਤ ਸਰਕਾਰ ਤੋਂ ਬੜੇ ਉੱਚ ਕਦਮ ਚੁੱਕੇ ਗਏ ਤੇ ਉਹਨਾਂ ਨੂੰ ਦਿੱਲੀ ਦੇ ਹਿੰਡਨ 에ਅਰਬੇਸ ਤੇ ਉਤਰਨ ਤੋਂ ਬਾਅਦ ਆਰਮੀ ਦੇ ਰਿਸਰਚ ਐਂਡ ਰੈਫਰਲ ਹਸਪੀਟਲ ਸ਼ਿਫਟ ਕੀਤਾ ਜਾਏਗਾ ਜੀ। ਤੇ ਸਰਕਾਰ ਵੱਲੋਂ ਸਾਰਾ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਨਰਲ ਵੀਕੇ ਸਿੰਘ ਜੀ ਖੁਦ ਸੰਪਰਕ ਹੈਗੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ 에ਅਰਬੇਸ ਤੇ ਪਹੁੰਚਣਗੇ ਆਪਣੇ ਬੱਚੇ ਦਾ ਸਵਾਗਤ ਕਰਨ ਲਈ। ਜੀ ਸੋ ਚੰਡੋਕ ਸਾਹਿਬ, ਇਹਨਾਂ ਨੂੰ ਜਿੱਥੇ ਉਹ ਦਿੱਲੀ ਦੇ ਵਿੱਚ ਹੀ ਰੱਖਿਆ ਜਾਏਗਾ, ਤੁਸੀਂ ਦੱਸ ਰਹੇ ਹੋ ਆਰਮੀ ਜਿਹੜਾ ਹੈਗਾ ਹਸਪੀਟਲ ਉਹਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਘਰ ਦਿੱਲੀ ਦੇ ਵਿੱਚ ਹੀ ਹੈ ਤੇ ਕਦ ਤੱਕ ਕੁਝ ਚਾਂਸ ਹੈ ਸ਼ਿਫਟ ਕੀਤਾ ਜਾ ਸਕਦਾ? ਦਿੱਲੀ ਦੇ ਰੈਜ਼ੀਡੈਂਟ